ਸਤਿ ਸ਼੍ਰੀ ਅਕਾਲ। ਪੰਜਾਬ ਦੀਆਂ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ ਆਖਰੀ ਦਿਨ ਅੱਜ ਹੋ ਗਿਆ ਹੈ ਖਤਮ, ਜਦੋਂ ਕਿ ਕਿਸੇ ਵੀ ਤਰ੍ਹਾਂ ਦਾ ਕੈਂਪੇਨ ਹੋ ਸਕਦਾ ਸੀਗਾ ਪਾਰਟੀਆਂ ਵੱਲੋਂ। ਤੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਵੱਡਾ ਹੰਬਲਾ ਮਾਰਿਆ। ਮੈਨੂੰ ਲੱਗਦਾ ਹੈ ਮੌਕੇ ਤੇ ਚੌਕਾ ਮਾਰਤਾ ਹੈ, ਕਿਉਂਕਿ ਅੱਜ ਬਹੁਤ ਵੱਡੇ ਜਿੰਨੇ ਸਿੱਖ ਲੀਡਰ, ਸਿੱਖ ਚਿਹਰੇ ਨੇ ਧਰਮ ਦੇ ਨਾਲ ਜੁੜੇ ਹੋਏ, ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰੇ ਬੁਲਾਇਆ ਹੋਇਆ ਸੀਗਾ, ਯਾਨੀ ਕਿ ਆਪਣੇ ਆਫੀਸ਼ੀਅਲ ਰੈਜ਼ੀਡੈਂਸ ਤੇ ਦਿੱਲੀ ਬੁਲਾਇਆ ਹੋਇਆ ਸੀਗਾ। ਤੇ ਉਹਨਾਂ ਨਾਲ ਕੀ ਮੀਟਿੰਗ ਹੋਈ ਇਹ ਤਾਂ ਨਹੀਂ ਪਤਾ, ਲੇਕਿਨ ਬਾਹਰ ਆ ਕੇ ਜੋ ਸਟੇਟਮੈਂਟਸ ਇਹਨਾਂ ਸਾਰੇ ਵੱਡੇ ਸਿੱਖ ਲੀਡਰਸ ਨੇ ਦਿੱਤੀਆਂ ਨੇ, ਉਹ ਤੋਂ ਇਹੀ ਪਤਾ ਲੱਗ ਰਿਹਾ ਕਿ ਜਾਂ ਤਾਂ ਇਹ ਮੋਦੀ ਜੀ ਤੋਂ ਬਹੁਤ ਇੰਪ੍ਰੈਸਡ ਨੇ ਜਾਂ ਕੁਝ ਐਵੇਂ ਦਾ ਇਹਨਾਂ ਨੂੰ ਮਿਲਿਆ ਹੈ ਜਿਹਦੇ ਕਰਕੇ ਇਹ ਬਹੁਤ ਤਾਰੀਫਾਂ ਦੇ ਪੁੱਲ ਬਣ ਰਹੇ ਨੇ ਪ੍ਰਧਾਨ ਮੰਤਰੀ ਦੇ। ਖੈਰ, ਇਹਦਾ ਫਾਇਦਾ ਬੀਜੇਪੀ ਨੂੰ ਮਿਲ ਸਕਦਾ ਹੈ, ਪਰ ਮਿਲੇਗਾ ਕਿ ਨਹੀਂ ਇਹ ਦੇਖਣਾ ਪਏਗਾ, ਕਿਉਂਕਿ ਇਹ ਇਹੋ ਜਿਹੇ ਓਪੀਨੀਅਨ ਲੀਡਰਸ ਨੇ ਸਿੱਖ ਲੋਕਾਂ ਲਈ, ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਜ਼ਿਆਦਾਤਰ ਸਿੱਖੀ ਨਾਲ ਜੁੜੇ ਹੋਏ ਨੇ ਜਾਂ ਸੇਵਾ ਕਰਦੇ ਨੇ ਗੁਰਦੁਆਰਿਆਂ ਦੀ, ਤੇ ਇਹੋ ਜਿਹੇ ਵੱਡੇ ਲੀਡਰਸ ਦੀ ਮੰਨਦੇ ਨੇ। ਕਿਉਂਕਿ ਮੀਟਿੰਗ ਤੋਂ ਬਾਅਦ ਇਹਨਾਂ ਵੱਡੇ ਲੀਡਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਦਿਲੋਂ ਇੱਕ ਸਿੱਖ ਹੈ ਤੇ ਇਹੋ ਜਿਹੀਆਂ ਗੱਲਾਂ ਕਹੀਆਂ ਕਿ ਜੋ ਇਹਨਾਂ ਦੀ ਕੰਟਰੀਬਿਊਸ਼ਨਸ ਰਹੀਆਂ ਨੇ ਸਿੱਖ ਧਰਮ ਲਈ, ਉਹ ਬਹੁਤ ਕਮਾਲ ਦੀਆਂ ਨੇ। ਜੇ ਕੁਝ ਗੱਲਾਂ ਮੈਂ ਖਾਸ ਇਹ ਚੋਂ ਚੋਣਵੀਆਂ ਕਰਾਂ ਤਾਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਜਿਹੜਾ ਕ੍ਰੈਡਿਟ ਦਿੱਤਾ ਇਹਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ, 3 ਫਾਰਮ ਲਾਜ਼ ਜਿਹੜੇ ਵਾਪਸ ਲਏ ਉਹਦਾ ਕ੍ਰੈਡਿਟ ਦਿੱਤਾ। ਇਹੋ ਜਿਹੇ ਚੀਜ਼ਾਂ ਬਹੁਤ ਇਹਨਾਂ ਨੇ ਚੀਜ਼ਾਂ ਕਹੀਆਂ। ਉਹਨਾਂ 'ਚ ਤੁਹਾਨੂੰ ਮੈਂ ਕੁਝ ਉਦਾਹਰਨ ਦਿੰਦਾ ਹਾਂ। ਰਵਿੰਦਰ ਸਿੰਘ ਆਹੂਜਾ, ਪ੍ਰੈਜ਼ੀਡੈਂਟ ਨੇ ਸਿੱਖ ਫੋਰਮ ਦਿੱਲੀ ਦੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਿੱਖ ਸਕ੍ਰਿਪਚਰਸ ਦੀ ਬਹੁਤ ਡੀਪ ਅੰਡਰਸਟੈਂਡਿੰਗ ਹੈ। ਉਹ ਗੁਰੂਆਂ ਨੂੰ, ਸਾਡੀ ਲੈਂਗੁਏਜ ਨੂੰ, ਸਾਡੇ ਕਲਚਰ ਨੂੰ ਇੰਨੀ ਅੱਛੀ ਤਰ੍ਹਾਂ ਸਮਝਦੇ ਆ ਕਿ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅੱਜ ਤੱਕ ਇਸ ਲੈਵਲ ਦੀ ਅੰਡਰਸਟੈਂਡਿੰਗ ਨਹੀਂ ਦਿਖਾਈ ਹੈ ਸਿੱਖ ਇਸ਼ੂਜ਼ ਦੀ। ਬੜੀ ਕਮਾਲ ਦੀ ਗੱਲ ਹੈ ਇਹ ਜਾਣਦੇ ਹੋਏ ਕਿ ਇਸ ਤੋਂ ਪਹਿਲਾਂ ਇੱਕ ਸਿੱਖ ਪ੍ਰਧਾਨ ਮੰਤਰੀ ਸੀ ਸਾਡੇ। ਖੈਰ, ਜ਼ਿਆਦਾਤਰ ਜਿਹੜੇ ਗੈਸਟਸ ਮਿਲਣ ਗਏ ਉਹਨਾਂ ਨੇ ਕਿਹਾ ਕਿ ਜਿਹੜੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ 1984 ਸਿੱਖ ਦੰਗਿਆਂ ਨੂੰ ਲੈ ਕੇ, ਜਿਹੜੀ ਰੀਇਨਵੈਸਟੀਗੇਸ਼ਨ ਕਰਨ ਲਈ ਜਿਹੜੇ ਕੇਸਿਸ ਪਏ ਹੋਏ ਨੇ ਉਹਨੂੰ ਲੈ ਕੇ ਜਿਹੜੀ SIT ਬਣਾਈ ਹੈ, ਉਹਦੀ ਬਹੁਤ ਤਾਰੀਫ ਕੀਤੀ ਕਿ ਜਿਹੜੇ ਪਰਿਵਾਰ ਹਜੇ ਤੱਕ ਨੇ ਵਿਕਟਿਮਸ ਨੇ ਉਹਨਾਂ ਨੂੰ ਇੱਕ ਕਲੋਜ਼ਰ ਮਿਲੇਗਾ। ਇਹੋ ਜਿਹੀਆਂ ਗੱਲਾਂ ਕਹੀਆਂ ਤੇ ਆਹੂਜਾ ਨੇ ਵੀ ਇਸ ਚੀਜ਼ ਦੀ ਤਾਰੀਫ ਕੀਤੀ। ਮਹੰਤ ਕਰਮਜੀਤ ਸਿੰਘ ਦੀ ਜੇ ਗੱਲ ਕਰੀਏ, ਜੋ ਪ੍ਰੈਜ਼ੀਡੈਂਟ ਨੇ ਸੇਵਾ ਪੰਥੀ ਯਮੁਨਾ ਨਗਰ ਦੇ, ਉਹ ਕਹਿੰਦੇ ਕਿ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ ਸਿੱਖੀ ਉਹਨਾਂ ਦੇ ਖੂਨ ਵਿੱਚ ਹੈ, ਕਿਉਂਕਿ ਉਹ ਸੇਵਾ ਕਰਦੇ ਨੇ ਜੋ ਸਿੱਖੀ ਸਿਖਾਉਂਦੀ ਹੈ। ਤੇ ਜਿਹੜਾ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਉਹ ਕਹਿੰਦੇ ਕੀਤੀ, ਉਹ ਜਿਹੜੀ ਅਨਾਊਂਸਮੈਂਟ ਕੀਤੀ, ਫਿਰ ਦਸੰਬਰ 26 ਨੂੰ ਵੀਰ ਬਾਲ ਦਿਵਸ ਜਿਹੜਾ ਸਾਹਿਬਜ਼ਾਦਿਆਂ ਦੀ ਮੈਮਰੀ 'ਚ ਉਹਨਾਂ ਨੇ ਕੀਤਾ। ਲਖਪਤ ਸਾਹਿਬ ਦੀ ਜਿਹੜੀ ਰੈਸਟੋਰੇਸ਼ਨ ਕੀਤੀ, ਜਿਹੜਾ ਗੁਜਰਾਤ ਦੇ ਅਰਥਕੁਏਕ ਦੇ ਨਾਲ ਡਿਸਟਰੋਏ ਹੋ ਗਿਆ ਸੀਗਾ ਗੁਰਦੁਆਰਾ, GST ਨੂੰ ਵੇਵ ਆਫ ਕਰਤਾ ਲੰਗਰ ਲਈ, ਕਰਮਜੀਤ ਜੀ ਨੇ ਉਹਦੀ ਬਹੁਤ ਤਾਰੀਫ ਕੀਤੀ। ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ ਨੇ, ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੁਣ, ਉਹਨਾਂ ਨੇ ਵੀ ਇਹ ਕਿਹਾ ਕਿ ਜੋ ਇਸ ਪ੍ਰਧਾਨ ਮੰਤਰੀ ਨੇ ਸਿੱਖ ਕਮਿਊਨਿਟੀ ਲਈ ਕੀਤਾ ਹੈ, ਜਿਵੇਂ ਕਿ ਮੈਂ ਗੱਲ ਕੀਤੀ SIT ਦੀ ਕਨਸਟੀਟਿਊਸ਼ਨ ਕੀਤੀ, ਸੱਜਣ ਕੁਮਾਰ ਜਿਹੜੇ 84 ਦੇ ਦੰਗਿਆਂ ਦੇ ਅਕਿਊਜ਼ ਨੇ ਉਹਨਾਂ ਦੀ ਜਿਹੜੀ ਅਰੈਸਟ ਹੋਈ ਹੈ, ਕਰਤਾਰਪੁਰ ਕੋਰੀਡੋਰ ਜੋ ਖੋਲ੍ਹਿਆ, ਇਹ ਸਾਰਾ ਕੁਝ ਬਹੁਤ ਕਾਬਿਲੇ ਤਾਰੀਫ ਹੈ। ਉਹਨਾਂ ਨੇ ਕਿਹਾ ਮਨਜੀਤ ਸਿੰਘ ਭਾਟੀਆ, ਜੋ ਪ੍ਰੈਜ਼ੀਡੈਂਟ ਨੇ ਸਿੱਖ ਸਭਾ ਗੁਰਦੁਆਰਾ ਸਾਹਿਬ ਦੇ, ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਪੂਰੀ ਦੁਨੀਆ 'ਚ ਸਟਰੈਂਥਨ ਕਰਨ ਦਾ ਜਿਹੜਾ ਯੋਗਦਾਨ ਹੈ ਜਾਂ ਜਿਹਦਾ ਸਿਹਰਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਪਾਉਂਦੇ ਨੇ। ਮੈਂ ਤੁਹਾਨੂੰ ਇਹ ਸਟੇਟਮੈਂਟਸ ਇਸ ਕਰਕੇ ਦੱਸ ਰਿਹਾ ਕਿ ਤੁਸੀਂ ਜਾਣ ਸਕੋ ਕਿ ਕਿਹੜੇ ਇੱਕ ਤਾਂ ਗੈਸਟ ਇਨਵਾਈਟਡ ਸੀਗੇ ਤੇ ਉਹਨਾਂ ਨੇ ਬਾਹਰ ਆ ਕੇ ਇਸ ਮੀਟਿੰਗ ਤੋਂ ਬਾਅਦ ਕੀ ਕੁਝ ਕਿਹਾ ਹੈ, ਜੋ ਮੈਨੂੰ ਲੱਗਦਾ ਹੈ ਬੜਾ ਇੰਪੋਰਟੈਂਟ ਹੈ, ਕਿਉਂਕਿ ਇਹ ਮੈਸੇਜ ਪੂਰੀ ਸਿੱਖ ਸੰਗਤ ਨੂੰ, ਜੋ ਪੰਜਾਬ ਵਿੱਚ ਵੀ ਬਹੁਤ ਸਾਰੇ ਵੋਟਰ ਹੋਣਗੇ, ਉਹਨਾਂ ਤੱਕ ਪਹੁੰਚ ਰਿਹਾ ਹੈ। ਪ੍ਰਭਲੀਨ ਸਿੰਘ ਪ੍ਰੈਜ਼ੀਡੈਂਟ ਨੇ ਯੰਗ ਪ੍ਰੋਗਰੈਸਿਵ ਫੋਰਮ ਪਟਿਆਲਾ ਦੇ, ਉਹ ਕਹਿੰਦੇ ਹੈ ਕਿ ਇੰਡੀਪੈਂਡੈਂਸ ਤੋਂ ਲੈ ਕੇ ਹੁਣ ਤੱਕ ਕਿਸੇ ਗਵਰਨਮੈਂਟ 'ਚ ਉਹ ਤਾਕਤ ਨਹੀਂ ਸੀ, ਉਹ ਹਿੰਮਤ ਨਹੀਂ ਸੀ ਸਿੱਖਾਂ ਲਈ ਕਰਨ ਦੀ, ਜੋ ਪ੍ਰਧਾਨ ਮੰਤਰੀ ਮੋਦੀ ਨੇ ਕਰਤਾ। ਖੈਰ, ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾ ਪਹਿਲਾਂ ਸਿੱਖਾਂ ਨਾਲ ਬਾਹਰ ਧੱਕਾ ਹੁੰਦਾ ਸੀਗਾ ਜਾਂ ਰੇਸਿਜ਼ਮ ਹੁੰਦੀ ਸੀ, ਉਹ ਹੁਣ ਨਹੀਂ ਹੁੰਦੀ ਹੈ। ਕਿੰਨਾ ਕੁ ਸੱਚ ਹੈ ਮੈਨੂੰ ਨਹੀਂ ਪਤਾ, ਪਰ ਇਹ ਉਹਨਾਂ ਦੀ ਸਟੇਟਮੈਂਟ ਹੈ। ਖੈਰ, ਇਹੋ ਜਿਹੀਆਂ ਗੱਲਾਂ ਦੇ ਨਾਲ ਉਹਨੇ ਇਹ ਵੀ ਕਿਹਾ ਕਿ ਬਲੈਕ ਲਿਸਟਿੰਗ ਜਿਹੜੀ ਖਤਮ ਹੋ ਗਈ ਹੈ ਸਿੱਖਾਂ ਦੀ ਕਈ ਦੇਸ਼ਾਂ 'ਚ, ਉਹ ਬੜੀ ਅੱਛੀ ਗੱਲ ਹੈ। ਸ਼ਾਇਦ ਉਹਨਾਂ ਦੀ ਗੱਲ ਹੈ ਜਿਹੜੇ ਸਿੱਖ ਬਾਹਰ ਚਲੇ ਗਏ ਸੀਗੇ 84 ਤੋਂ ਬਾਅਦ, ਜਿਨ੍ਹਾਂ ਦੇ ਉਦੋਂ ਅਰੈਸਟ ਵਾਰੰਟ ਸੀਗੇ, ਬੜੇ ਇਸ਼ੂ ਸੀਗੇ, ਸ਼ਾਇਦ ਇਹ ਉਹਨਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਖੈਰ, ਤੁਹਾਨੂੰ ਦੱਸ ਦਵਾਂ ਹੋਰ ਵੀ ਕਈ ਬਹੁਤ ਵੱਡੇ ਲੀਡਰ ਜਿਹੜੇ ਸ਼ਾਇਦ ਡਾਇਰੈਕਟਲੀ ਸਿੱਖੀ ਨਾਲ ਨਹੀਂ ਜੁੜੇ, ਉਹ ਵੀ ਇੱਥੇ ਸੀਗੇ, ਜਿਵੇਂ ਕਿ ਬਲਬੀਰ ਸਿੰਘ ਸੀਚੇਵਾਲ।
ਫਿਰ ਬਾਬਾ ਜੋਗਾ ਸਿੰਘ ਡੇਰਾ ਬਾਬਾ ਜੰਗ ਸਿੰਘ ਨਾਨਕਸਰ ਕਰਨਾਲ ਦੇ, ਸੰਤ ਬਾਬਾ ਮੇਜਰ ਸਿੰਘ ਡੇਰਾ ਬਾਬਾ ਤਾਰਾ ਸਿੰਘ ਵਾਹ ਦੇ ਅੰਮ੍ਰਿਤਸਰ ਤੋਂ, ਜਥੇਦਾਰ ਬਾਬਾ ਸਾਹਿਬ ਸਿੰਘ ਕਾਰ ਸੇਵਾ ਅਨੰਦਪੁਰ ਸਾਹਿਬ ਦੇ, ਸੁਰਿੰਦਰ ਸਿੰਘ ਨਾਮਧਾਰੀ ਦਰਬਾਰ ਭੈਣੀ ਸਾਹਿਬ ਤੋਂ, ਬਾਬਾ ਜੱਸਾ ਸਿੰਘ ਸ਼੍ਰੋਮਣੀ ਅਕਾਲੀ ਬੁੱਢਾ ਦਲ ਤੋਂ, ਪੰਜਵਾਂ ਤਖਤ ਜਿਹੜਾ ਹਰਭਜਨ ਸਿੰਘ ਦਮਦਮੀ ਟਕਸਾਲ ਚੌਕ ਮਹਿਤਾ ਤੇ ਗਿਆਨੀ ਰਣਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਪਟਨਾ ਸਾਹਿਬ ਵੀ ਗੈਸਟ ਲਿਸਟ ਵਿੱਚ ਸ਼ਾਮਿਲ ਸੀਗੇ, ਜਿਨ੍ਹਾਂ ਨੇ ਇੱਕ ਵਾਰੀ ਫਿਰ ਇਹਨਾਂ ਹੀ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਬੜੀ ਤਾਰੀਫ ਕੀਤੀ ਹੈ। ਬੜੀ ਇੰਟਰਸਟਿੰਗ ਗੱਲ ਇਹ ਮੈਨੂੰ ਇਹਦੇ ਚੋਂ ਲੱਗੀ ਕਿ ਸਾਰਿਆਂ ਨੇ ਕੁਝ ਸਪੈਸੀਫਿਕ ਸੇਮ ਮੁੱਦਿਆਂ ਨੂੰ ਲੈ ਕੇ ਹੀ ਤਾਰੀਫ ਕੀਤੀ ਹੈ ਪ੍ਰਧਾਨ ਮੰਤਰੀ ਦੀ, ਕਿਸੇ ਦਾ ਕੋਈ ਅਲੱਗ ਤਰ੍ਹਾਂ ਦਾ ਮੁੱਦਾ ਨਹੀਂ ਸੀਗਾ। ਕਿਉਂਕਿ ਜੇ ਤੁਸੀਂ ਦੇਖੋ ਸਾਰਿਆਂ ਦੀ ਸਟੇਟਮੈਂਟਸ ਵਿੱਚ ਹੀ 84 ਉੱਤੇ ਜਿਹੜੀ SIT ਬਣੀ ਹੈ, ਕਰਤਾਰਪੁਰ ਕੋਰੀਡੋਰ ਜਿਹੜਾ ਖੁੱਲ੍ਹਿਆ ਹੈ ਤੇ ਉਸ ਤੋਂ ਬਾਅਦ ਜਨਰਲ ਗੱਲਾਂ ਨੇ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਸਮਝਦੇ ਨੇ ਆ ਬਹੁਤ ਅੱਛੇ, ਇਹ ਸਿੱਖ ਸੰਗਤ ਨੂੰ ਹੀ ਖਾਸ ਕਰਕੇ ਜਿਹੜੀ ਸਟੇਟਮੈਂਟਸ ਆ ਰਹੀਆਂ ਨੇ ਉਹ ਬੜੀਆਂ ਇੰਟਰਸਟਿੰਗ ਨੇ। ਪਰ ਇਹ ਕਿਉਂ ਮੀਟਿੰਗ ਹੋਈ ਹੈ ਇੰਨੇ ਘੱਟ ਸਮੇਂ ਪਹਿਲਾਂ ਪੰਜਾਬ ਇਲੈਕਸ਼ਨਾਂ ਤੋਂ, ਇਹ 'ਤੇ ਸਵਾਲ ਜ਼ਰੂਰ ਉਠਾਏ ਜਾ ਸਕਦੇ ਆ। ਚਾਹੇ ਇਹਨੂੰ ਪੋਲਰਾਈਜੇਸ਼ਨ ਦੀ ਅਟੈਂਪਟ ਕਹਿ ਲਓ ਜਾਂ ਹੋਰ ਵੋਟ ਬੈਂਕ, ਸਿੱਖ ਵੋਟ ਬੈਂਕ ਇਕੱਠਾ ਕਰਨ ਦੀ ਕੋਸ਼ਿਸ਼ ਕਹਿ ਲਓ। ਵੈਸੇ ਤਾਂ ਇਹ ਵੀ ਇੱਕ ਡਿਬੇਟ ਹੋ ਸਕਦਾ ਹੈ ਕਿ ਇਸ ਤੇ ਪੂਰੀ ਚਰਚਾ ਹੋ ਸਕਦੀ ਹੈ ਕਿ ਕੀ ਇਹਨਾਂ ਲੀਡਰਸ ਨੂੰ 2 ਦਿਨ ਪਹਿਲਾਂ ਪੰਜਾਬ ਇਲੈਕਸ਼ਨ ਤੋਂ ਜਾਣਾ ਚਾਹੀਦਾ ਸੀਗਾ ਕਿ ਨਹੀਂ। ਪਰ ਮੈਨੂੰ ਲੱਗਦਾ ਹੈ ਇੱਕ ਇਹ ਚੀਜ਼ਾਂ ਜੇ ਅਸੀਂ ਭੁੱਲ ਜਾਈਏ ਤਾਂ ਜੇ ਪ੍ਰਧਾਨ ਮੰਤਰੀ ਤੁਹਾਨੂੰ ਬੁਲਾਉਂਦਾ, ਇਨਵਾਈਟ ਕਰਦਾ, ਇੱਕ ਬੜੀ ਇਨਫੋਰਮਲ ਜੀ ਇਹ ਮੀਟਿੰਗ ਸੀ, ਕੋਈ ਸਪੈਸੀਫਿਕ ਏਜੰਡੇ ਤੇ ਨਹੀਂ ਸੀਗੀ, ਤਾਂ ਜਾਣਾ ਚਾਹੀਦਾ ਹੈ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਟੇਟਮੈਂਟਸ ਆ ਰਹੀਆਂ ਉਹ ਬੜੀ ਚਰਚਾ ਦਾ ਵਿਸ਼ੇ ਹੈ ਤੇ ਪ੍ਰਧਾਨ ਮੰਤਰੀ 2 ਦਿਨ ਪਹਿਲਾਂ ਪੰਜਾਬ ਇਲੈਕਸ਼ਨ ਤੋਂ ਇਹਨਾਂ ਨੂੰ ਬੁਲਾਉਂਦੇ ਨੇ, ਉਹਦਾ ਤਾਂ ਮਤਲਬ ਬਹੁਤ ਹੀ ਸਾਫ਼ ਹੈ ਕਿ ਉਹ ਪੋਲੀਟੀਕਲ ਗੇਨਸ ਇਹਦੇ ਤੋਂ ਲੈਣਾ ਚਾਹੁੰਦੇ ਆ, ਜੋ ਕੁਝ ਲੀਗਲੀ ਜਾਂ ਕਨਸਟੀਟਿਊਸ਼ਨਲੀ ਇਹਦੇ 'ਚ ਗਲਤ ਨਹੀਂ ਹੈ, ਪਰ ਸ਼ਾਇਦ ਐਥੀਕਲੀ ਅਸੀਂ ਇਸ ਤੇ ਸਵਾਲ ਚੱਕ ਸਕਦੇ ਹਾਂ, ਨੈਤਿਕਤਾ ਦੀ ਗੱਲ ਹੋ ਸਕਦੀ ਹੈ। ਖੈਰ, ਜਿਵੇਂ ਕਿ ਮੈਂ ਕਿਹਾ, BJP ਨੇ ਮੈਨੂੰ ਲੱਗਦਾ ਬਹੁਤ ਵੱਡੇ ਹੰਭਲੇ ਮਾਰੇ ਨੇ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਸ਼ਾਮਿਲ ਹੋਏ, ਫਿਰ ਹੋਰ ਕਈ ਵੱਡੇ ਸਿੱਖ ਪੋਲੀਟੀਸ਼ੀਅਨਸ ਸ਼ਾਮਿਲ ਹੋਏ ਤੇ ਹੁਣ ਇਸ ਤਰ੍ਹਾਂ ਦੀ ਜਿਹੜੀ ਮੂਵ ਹੈ, ਇਸ ਤੋਂ ਪਹਿਲਾਂ ਰਵਿਦਾਸ ਜਯੰਤੀ ਤੇ ਆ ਕੇ ਬੈਠੇ ਸੀਗੇ, ਉਹ ਸਤਸੰਗ ਵਿੱਚ ਉਹਨਾਂ ਦੀ ਵੀਡੀਓ ਇੰਨੀ ਤੁਸੀਂ ਦੇਖੀ ਹੋਊਗੀ। ਇਹ ਸਾਰੇ ਜਿਹੜੀਆਂ ਚੀਜ਼ਾਂ ਬਿਲਕੁਲ ਪੰਜਾਬ ਇਲੈਕਸ਼ਨ ਤੋਂ ਅੱਗੇ ਨੇ। ਓਬਵੀਅਸਲੀ ਪੋਲਰਾਈਜੇਸ਼ਨ ਦੀ ਅਟੈਂਪਟ ਹੈ, ਸਿੱਖ ਵੋਟ ਕੈਪਚਰ ਕਰਨ ਦੀ ਅਟੈਂਪਟ ਹੈ, ਪਰ ਇਹ ਸਾਰੇ ਲੀਡਰਸ ਕਰ ਰਹੇ ਨੇ। ਸੋ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਨਹੀਂ ਹੈ, ਸਾਰੇ ਹੀ ਲੀਡਰਸ ਕਰ ਰਹੇ ਨੇ, ਪਰ ਇਹਦਾ ਫਾਇਦਾ BJP ਨੂੰ ਕਿੰਨਾ ਮਿਲਦਾ ਇਹ ਦੇਖਣਾ ਬੜਾ ਇੰਟਰਸਟਿੰਗ ਹੋਣ ਵਾਲਾ ਹੈ। ਸੋ ਇਹੋ ਜਿਹੀਆਂ ਹੋਰ ਸਪੈਸ਼ਲ ਰਿਪੋਰਟਸ ਦੇ ਲਈ ਤੇ ਇੰਟਰਪ੍ਰੀਟੇਸ਼ਨ ਲਈ ਕਿ ਜੋ ਇਵੈਂਟਸ ਹੋ ਰਹੇ ਨੇ ਉਹਦਾ ਮਤਲਬ ਕੀ ਹੈ, ਉਹਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ। ਸਤਿ ਸ਼੍ਰੀ ਅਕਾਲ।